हाँ जी, लास्ट बेटा ਆਪਾਂ ਇੱਥੇ ਤੱਕ ਕੀਤਾ ਸੀ ਅਪ ਟੂ ਦੀ ਉਲਮੈਨ ਰਿਐਕਸ਼ਨ ਜਾਂ ਉਲਮੈਨ ਬਾਇਰਾਈਲਸਿੰਥੇਸਿਸ, ਠੀਕ ਹੈ। ਸਿੰਪਲੀ ਉਹਨੂੰ ਆਪਾਂ ਉਲਮੈਨ ਰਿਐਕਸ਼ਨ ਵੀ ਕਹਿ ਸਕਦੇ ਹਾਂ। ਹੁਣ ਨੈਕਸਟ ਟੌਪਿਕ ਰਾਜੇ ਆਪਾਂ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਕ ਉਸਦਾ ਇੱਕ ਹਿੰਟ ਦਿੰਦਾ। ਸਪੋਜ਼ ਦੇਖੋ ਰਾਜੇ, ਆਪਾਂ ਇਹ ਦੇਖਦੇ ਹਾਂ ਵੀ ਇਹ ਕਿਹੜੀ ਅਲਕੀਨ ਹੈ, ਠੀਕ ਹੈ। ਇੱਕ ਆਪਾਂ ਇਹ ਦੇਖਦੇ ਹਾਂ ਵੀ ਇਹ ਕਿਹੜੀ ਅਲਕੀਨ ਹੈ। ਅਗਰ ਆਪਾਂ ਧਿਆਨ ਨਾਲ ਦੇਖੀਏ ਰਾਜੇ, ਇਹ ਦੋਨੋਂ ਇੱਕੋ ਹੀ ਨੇ। ਦੇਖੋ ਦੋਨੋਂ ਇੱਕੋ ਹੀ ਅਲਕੀਨ ਨੇ। 1 2 3 4 ਦੂਜੀ 'ਤੇ ਡਬਲ ਬੌਂਡ, 1 2 3 4 ਦੂਜੀ 'ਤੇ ਡਬਲ ਬੌਂਡ। ਇਹ ਦੋਨੋਂ ਹੀ ਕਿਹੜੀਆਂ ਅਲਕੀਨ ਨੇ? ਬਿਊਟ ਟੂ ਈਨ। ਇਹ ਵੀ ਕਿਹੜੀ ਹੈ? ਬਿਊਟ ਟੂ ਈਨ, ਠੀਕ ਹੈ। ਲੇਕਿਨ ਇਹ 'ਚ ਇੱਕ ਫਰਕ ਹੈ ਰਾਜੇ। ਇਸ ਬਿਊਟਟੂਈਨ ਦੇ ਵਿੱਚ ਜਿਹੜੇ ਉਹਦੇ ਸਿਮਿਲਰ ਗਰੁੱਪ ਨੇ CH3 CH3 HH, ਉਹ ਐਡਜੈਸੈਂਟ ਨੇ, ਸੇਮ ਸਾਈਡ 'ਤੇ ਨੇ। ਇਹਦੇ ਵਿੱਚ ਜਿਹੜੇ ਸਿਮਿਲਰ ਗਰੁੱਪ ਨੇ ਉਹ ਓਪੋਜ਼ਿਟ ਸਾਈਡ 'ਤੇ ਨੇ। ਮਿਥਾਈਲ ਮਿਥਾਈਲ ਦੇ ਓਪੋਜ਼ਿਟ ਹੈ, HH ਦੇ ਓਪੋਜ਼ਿਟ ਹੈ, ਠੀਕ ਹੈ। ਔਰ ਇਹਦਾ ਮਤਲਬ ਇਹ ਹੈਗੇ ਤਾਂ ਦੋਨੋਂ ਬਿਊਟਟੂਈਨ ਨੇ, ਦੋਨਾਂ ਦਾ ਮੋਲੀਕੂਲਰ ਫਾਰਮੂਲਾ ਵੀ ਸੇਮ ਹੈ। ਅਗਰ ਆਪਣੇ ਕੋਲ ਆਪਾਂ ਨੂੰ ਪਤਾ ਹੈ, ਅਗਰ ਕੈਮਿਸਟਰੀ ਦੇ ਵਿੱਚ 2 ਜਾਂ 2 ਤੋਂ ਜ਼ਿਆਦਾ ਕੰਪਾਊਂਡ ਜਿਨ੍ਹਾਂ ਦੇ ਮੋਲੀਕੂਲਰ ਫਾਰਮੂਲੇ ਤਾਂ ਸੇਮ ਹੋਣ ਪਰ ਕਿਸੇ ਨਾ ਕਿਸੇ ਚੀਜ਼ 'ਚ ਫਰਕ ਹੋਵੇ, ਇਹਨਾਂ ਦਾ ਫਰਕ ਪਤਾ ਕਿਸ ਚੀਜ਼ 'ਚ ਹੈ? ਇਹਨਾਂ ਦਾ ਫਰਕ ਹੈਗਾ ਸਪੇਸ਼ੀਅਲ ਅਰੇਂਜਮੈਂਟ ਆਫ ਦੀ ਐਟਮਸ ਔਰ ਗਰੁੱਪਸ ਅਰਾਊਂਡ ਦੀ ਕਾਰਬਨ ਕਾਰਬਨ ਡਬਲ ਬੌਂਡ। ਸਪੇਸ਼ੀਅਲ ਦਾ ਮਤਲਬ ਹੁੰਦਾ ਸਪੇਸ ਦੇ ਵਿੱਚ, ਜਗ੍ਹਾ ਦੇ ਵਿੱਚ। ਇਹਦੇ ਵਿੱਚ ਕਾਰਬਨ ਕਾਰਬਨ ਡਬਲ ਬੌਂਡ ਦੇ ਅਰਾਊਂਡ, ਠੀਕ ਹੈ। ਇਹਦੇ ਜਾਣੀ ਕਿ ਆਹ ਜਿਹੜਾ ਕਾਰਬਨ ਕਾਰਬਨ ਡਬਲ ਬੌਂਡ ਹੈ, ਇਹਦੇ ਸਪੇਸ਼ੀਅਲ ਅਰੇਂਜਮੈਂਟ 'ਚ ਇਹਦੇ ਆਲੇ ਦੁਆਲੇ ਜਿਹੜੀ ਸਪੇਸ ਹੈ ਉਹਦੇ ਵਿੱਚ 2 ਸਿਮਿਲਰ ਗਰੁੱਪ ਸੇਮ ਸਾਈਡ 'ਤੇ ਨੇ, ਪਰ ਇਹਦੇ ਸਪੇਸ਼ੀਅਲ ਅਰੇਂਜਮੈਂਟ 'ਚ ਸਿਮਿਲਰ ਗਰੁੱਪ ਓਪੋਜ਼ਿਟ ਨੇ। ਇਸ ਤਰ੍ਹਾਂ ਦੇ ਜਿਹੜੇ ਕੰਪਾਊਂਡ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਾਰਬਨ ਕਾਰਬਨ ਡਬਲ ਬੌਂਡ ਦੇ ਅਰਾਊਂਡ, ਠੀਕ ਹੈ, ਜੋ ਗਰੁੱਪਸ ਲੱਗੇ ਨੇ ਜਾਂ ਐਟਮਸ ਲੱਗੇ ਨੇ, ਆਹ ਐਟਮ ਨੇ, ਹਾਈਡਰੋਜਨ ਇਹ ਗਰੁੱਪ ਹੈ, ਮਿਥਾਈਲ ਗਰੁੱਪ, ਠੀਕ ਹੈ। ਉਹਨਾਂ ਦੇ ਸਪੇਸ਼ੀਅਲ ਅਰੇਂਜਮੈਂਟ 'ਚ ਫਰਕ ਹੋਵੇ, ਇੱਕ ਵਾਰ ਤੋਂ ਸੇਮ ਸਾਈਡ 'ਤੇ ਲੱਗੀ ਹੁਣ ਸਿਮਿਲਰ, ਇੱਕ ਵਾਰੀ ਓਪੋਜ਼ਿਟ, ਉਹਨਾਂ ਨੂੰ ਕਹਿੰਦੇ ਨੇ ਰਾਜੇ ਆਈਸੋਮਰਸ ਨੂੰ ਸਿਸ ਟਰਾਂਸ ਆਈਸੋਮਰਸ। ਕੀ ਬੋਲਦੇ ਨੇ? ਸਿਸ ਟਰਾਂਸ ਆਈਸੋਮਰਸ। ਸੋ ਅੱਜ ਦਾ ਆਪਣਾ ਟੌਪਿਕ ਇਹ ਹੈ, ਫਸਟ ਟੌਪਿਕ ਇਜ਼ ਸਿਸ ਟਰਾਂਸ ਆਈਸੋਮੈਰਿਜ਼ਮ। ਫਿਨੋਮੀਨਨ ਨੂੰ ਕੀ ਕਹਾਂਗੇ? ਸਿਸ ਟਰਾਂਸ ਆਈਸੋਮੈਰਿਜ਼ਮ, ਠੀਕ ਹੈ। ਔਰ ਇਹਦਾ ਇੱਕ ਦੂਸਰਾ ਵੀ ਨਾਮ ਹੁੰਦਾ ਜਿਓਮੈਟ੍ਰੀਕਲ ਆਈਸੋਮੈਰਿਜ਼ਮ, ਠੀਕ ਹੈ। ਐਕਚੁਅਲੀ ਪਤਾ ਕਿੱਥੋਂ ਨਾਮ ਰੱਖਿਆ? ਸਿਸ ਤੇ ਟਰਾਂਸ ਦੋਨੋਂ ਗ੍ਰੀਕ ਵਰਡਸ ਨੇ। ਸਿਸ ਦਾ ਜਿਹੜਾ ਮਤਲਬ ਹੁੰਦਾ ਰਾਜੇ, ਸਿਸ ਦਾ ਮਤਲਬ ਹੁੰਦਾ ਹੈਗਾ ਐਡਜੈਸੈਂਟ, ਨਾਲ ਲੱਗਦੇ, ਸੇਮ ਸਾਈਡ। ਟਰਾਂਸ ਦਾ ਮਤਲਬ ਹੁੰਦਾ ਓਪੋਜ਼ਿਟ। ਇਹਦਾ ਮਤਲਬ ਕਿਹੜੀ ਬਿਊਟਟੂਈਨ ਹੈ? ਇਹਦੇ ਮੈਂ ਨਾਮ ਦੇ ਅੱਗੇ ਪਾ ਦੂੰਗਾ ਸਿਸ, ਇਹ ਸਿਸ ਬਿਊਟਟੂਈਨ ਹੈ। ਔਰ ਇਹਦੇ ਨਾਮ ਦੇ ਅੱਗੇ ਮੈਂ ਪਾ ਦੂੰਗਾ ਟਰਾਂਸ, ਇਹ ਟਰਾਂਸ ਬਿਊਟਟੂਈਨ ਹੈ, ਠੀਕ ਹੈ। ਔਰ ਇਸ ਤਰ੍ਹਾਂ ਦੇ ਆਈਸੋਮਰਸ ਨੂੰ ਬੋਲਦੇ ਨੇ ਸਿਸ ਟਰਾਂਸ ਆਈਸੋਮਰ, ਆਲਸੋ ਕਾਲਡ ਜਿਓਮੈਟ੍ਰੀਕਲ ਆਈਸੋਮਰ, ਠੀਕ ਹੈ। ਤਾਂ ਫਿਨੋਮੀਨਨ ਬੋਲਦੇ ਨੇ ਸਿਸ ਟਰਾਂਸ ਆਈਸੋਮਰਿਜ਼ਮ ਜਾਂ ਫਿਰ ਜਿਓਮੈਟ੍ਰੀਕਲ ਆਈਸੋਮਰਿਜ਼ਮ। ਤਾਂ ਜੋ ਡੈਫੀਨੇਸ਼ਨ ਹੈ ਰਾਜੇ ਉਹ ਕੀ ਬਣ ਗਈ? ਆਪਾਂ ਕੀ ਕਹਾਂਗੇ? ਦੋਜ਼ ਕੰਪਾਊਂਡਸ ਵਿਚ ਹੈਵ ਸੇਮ ਮੋਲੀਕੂਲਰ ਫਾਰਮੂਲਾ ਬਟ ਡਿਫਰ ਇਨ ਦੀ relative spatial arrangement of the atoms or groups around the carbon carbon double bond। ਇਹਨਾਂ ਨੂੰ ਕੀ ਬੋਲਦੇ ਆਪਾਂ? ਜਿਓਮੈਟ੍ਰੀਕਲ ਆਈਸੋਮਰਸ, ਠੀਕ ਹੈ। ਸੋ ਜੋ ਸਟੇਟਮੈਂਟ ਮੈਂ ਬੋਲੀ ਹੈ ਰਾਜੇ, ਇਹੀ ਸਟੇਟਮੈਂਟ ਮੈਂ ਲਿਖ ਦਿੰਦਾ ਹੈਗਾ, ਠੀਕ ਹੈ ਰਾਜੇ। ਤਾਂ ਇਹਦੀ ਡੈਫੀਨੇਸ਼ਨ ਮੈਨੂੰ ਸਾਰੀ ਜਿਹੜੀ ਤੁਹਾਨੂੰ ਬੋਲੀ ਸੀ ਉਹੀ ਮੈਂ ਲਿਖਤੀ ਡੈਫੀਨੇਸ਼ਨ, ਠੀਕ ਹੈ। ਓਕੇ ਨਾਓ ਹੁਣ ਇਹਦੇ ਵਿੱਚ ਰਾਜੇ ਜੋ ਜਿਓਮੈਟ੍ਰੀਕਲ ਆਈਸੋਮਰਿਜ਼ਮ ਹੈ ਇਹ ਸਿਰਫ ਜਿਹੜੀਆਂ ਅਲਕੀਨਸ ਨੇ ਰਾਜੇ ਉਹੀ ਸ਼ੋਅ ਕਰ ਸਕਦੀਆਂ ਨੇ। ਕਾਰਬਨ ਕਾਰਬਨ ਡਬਲ ਬੌਂਡ ਇਹ ਅਲਕਾਈਨਸ ਨਹੀਂ ਸ਼ੋਅ ਕਰਦੀਆਂ, ਠੀਕ ਹੈ, ਔਰ ਅਲਕੇਨਸ ਵੀ ਸ਼ੋਅ ਨਹੀਂ ਕਰਦੀਆਂ। ਤਾਂ ਇਹਦੇ ਲਈ ਕੰਡੀਸ਼ਨਸ ਨੇ ਜਿਓਮੈਟ੍ਰੀਕਲ ਆਈਸੋਮਰਿਜ਼ਮ ਲਈ। conditions for
ज्योमैट्रिकल आइसोमेरिज्म। एक तो ਇਹਦੀ कंडीशन हैगी आ कंपाउंड मस्ट कंटेन, ठीक है, कार्बन कार्बन डबल बॉन्ड। एक तो कार्बन कार्बन डबल बॉन्ड होना बहुत जरूरी है रजे। दूसरा कंपाउंड मस्ट कंटेन एट लीस्ट 2 सिमिलर एटम्स और ग्रुप्स अराउंड दी कार्बन कार्बन डबल बॉन्ड। ठीक है, ये दो कंडीशनस ने, दोनों ही आप दसे डबल बॉन्ड होना बहुत जरूरी है और ਉਹਦੇ ਨਾਲ ਘੱਟੋ ਘੱਟ 2 ਸਿਮਿਲਰ ਹੋਣੇ ਜ਼ਰੂਰੀ ਨੇ ਤਾਂ ਕਿ ਆਪਾਂ ਕਹਿ ਸਕੀਏ ਵੀ ਜੇ 2 ਸਿਮਿਲਰ ਸੇਮ ਸਾਈਡ ਤੇ ਨੇ ਤਾਂ ਸਿਸ ਹੈ, ਆਪੋਜ਼ਿਟ ਹੈ ਤਾਂ ਟਰਾਂਸ ਹੈ। ਬਾਕੀ ਇਹ ਤਾਂ ਸਿੰਪਲੀ ਤੁਹਾਨੂੰ ਦੱਸ ਦਿੱਤਾ ਡਬਲ ਬੌਂਡ ਦੀ ਨੈਸੈਸਿਟੀ ਕਿਉਂ ਹੈ। ਠੀਕ ਹੈ, ਦੇਖੋ ਇੱਕ ਆਪਾਂ ਕਨਸੈਪਟ ਪੜ੍ਹਦੇ ਹੁੰਦੇ ਆ ਕਿ देयर इज़ नो फ्री रोटेशन अराउंड दी पाई बॉन्ड। पाई बॉन्ड दे अराउंड फ्री रोटेशन पॉसीबल नहीं होंगी। अगर आप जबरदस्ती करने की कोशिश करांगे तो पाई बॉन्ड टुट जाता हैगा। ठीक है, यही वो कारण है राजे, ये सिर्फ कल्ले कार्बन कार्बन डबल बॉन्ड वाली क्यों देंगे ने, क्योंकि राजे उसका रीज़न यही है भी जिहड़ा सिस है वो सिस ही बनिया रहूगा, ਜਿਹੜਾ ਟਰਾਂਸ ਹੈ ਉਹ ਟਰਾਂਸ ਹੀ ਬਣਿਆ ਰਹੂਗਾ। ਜਿਵੇਂ ਮੈਂ ਇੱਕ ਹੋਰ ਐਗਜ਼ਾਮਪਲ ਲੈ ਲੈਂਦਾ, ਉਹਨਾਂ ਤੋਂ ਹਟ ਕੇ ਇੱਕ ਹੋਰ ਐਗਜ਼ਾਮਪਲ ਲੈ ਲੈਂਦਾ। ਦੇਖੋ ਜਿਵੇਂ ਮੈਨੇ ਆਹ ਸਪੋਜ਼ ClCl HH, ਠੀਕ ਹੈ, ਸਿਸ ਫਾਰਮ ਹੋ ਗਈ। ਠੀਕ ਹੈ, ਇਹ ਟਰਾਂਸ ਹੋ ਗਈ। ਮੈਂ ਇੱਕ ਹੋਰ ਐਗਜ਼ਾਮਪਲ ਲੈ ਲਈ। ਠੀਕ ਹੈ, ਹੁਣ ਸਿਸ ਸਿਸ ਰਹੂਗੀ, ट्रांस ऐ नहीं ना होगा भी कदे सिस ट्रांस बन गई कदे ट्रांस सिस बन गई, फिर तो पर्टिकुलर कोई भी ना मिले आपां नूं। सिस ट्रांस बनी जा रहा, ट्रांस सिस बनी जा रहा, तो पर्टिकुलर कोई भी ना रहा। तो सिस सिस ही रहिंदी है, ट्रांस ट्रांस ही रहिंदी है, ये इंटरचेंजेबल नहीं हैगे। ये पॉसीबल तां ने अगर कार्बन कार्बन डबल बॉन्ड है, क्योंकि राजे ये जिहड़ा विच पाई बॉन्ड है ये पाई बॉन्ड के अराउंड फ्री रोटेशन नहीं हो सकती, घूम नहीं सकता। तो ऐ नहीं है भी कदे तक क्लोरो इत्थे आ जाएंगे कदे क्लोरो ओपोजिट चले जाएंगे, जिथे है ने उत्थे ही पे रहेंगे। बिकॉज इन डबल बॉन्ड देयर इज़ पाई बॉन्ड एंड वी नो दैट देयर इज़ नो फ्री रोटेशन। वी कैन ऑल्सो से देयर इज़ हिंडर्ड रोटेशन। हिंडर्ड रोटेशन का मतलब होंदा हैगा जिस रोटेशन च रुकावट होवे। ठीक है, देयर इज़ नो फ्री रोटेशन और हिंडर्ड रोटेशन अराउंड द कार्बन कार्बन डबल बॉन्ड, जिस वजह करके सिस रिमेन्स सिस, ट्रांस रिमेन्स ट्रांस ड्यू टू दी प्रैजेंस ऑफ पाई बॉन्ड इन डबल बॉन्ड। ठीक है, हुण तुसीं सोचोगे तां ही मैं कह सी ना कंपाउंड मस्ट कंटेन कार्बन कार्बन डबल बॉन्ड। हुण तुसीं सोचोगे भी पहला आपां ये दस दिंदे है ना, पहला आपां ये दस दिंदे कि वाई, फिर आपां रीज़न दसांगे भी अल्काइन्स जिन्हां च ट्रिपल बॉन्ड है। हुण ट्रिपल बॉन्ड च भी पाई बॉन्ड हुंदा बट शो नहीं वो करदी, ये ਉਹੀ ਪਾਈ ਬੌਂਡ ਸ਼ੋ ਕਰਦਾ ਡਬਲ ਵਾਲਾ। ਆਪਾਂ ਇਹਦਾ ਰੀਜ਼ਨ ਦੱਸਾਂਗੇ ਵੀ ਅਲਕਾਈਨ 'ਚ ਟ੍ਰਿਪਲ ਬੌਂਡ ਹੈ, ਪਾਈ ਬੌਂਡ ਉਹ 'ਚ ਵੀ ਹੈ, ਪਰ ਉਹ ਜਿਓਮੈਟ੍ਰਿਕ ਆਈਸੋਮਰਿਜ਼ਮ ਸ਼ੋ ਨਹੀਂ ਕਰਦੀ। ਅਲਕੇਨ ਦੇ ਵਿੱਚ ਹੁੰਦਾ ਹੀ ਨਹੀਂ ਹੈਗਾ ਪਾਈ, ਉਹ ਵੀ ਨਹੀਂ ਸ਼ੋ ਕਰਦੀ। ਪਹਿਲਾਂ ਆਪਾਂ ਇਹਦਾ ਆਨਸਰ ਲਿਖਦੇ ਹਾਂ, ਵਾਈ ਅਲਕੀਨਸ ਸ਼ੋ ਜਿਓਮੈਟ੍ਰਿਕਲ ਆइसोमरिज्म। ਕੀ ਆਨਸਰ ਦੇਵਾਂਗੇ ਆਪਾਂ ਇਹਦਾ? ਆਪਾਂ ਇਹਦਾ ਆਨਸਰ ਦੇਵਾਂਗੇ ਬਿਕॉज देयर इज़ नो फ्री रोटेशन अराउंड द कार्बन कार्बन डबल बॉन्ड और देयर इज़ हिंडर्ड रोटेशन। ठीक है, अराउंड द कार्बन कार्बन डबल बॉन्ड। ठीक है, ठीक है राजे, तो आंसर जो मैं बोलिया वही लिखता। अगला क्वेश्चन है जी, वाई अल्केन्स एंड अल्काइन्स डज नॉट शो जियोमैट्रिकल आइसोमरिज्म। देखो अल्केन तो राजे कर ही नहीं सकते क्योंकि अल्केन च इकल्ला सिग्मा बॉन्ड हुंदा है
and we all know that there is free rotation around the sigma bond. So ਉਹਦੇ ਵਿੱਚ ਤਾਂ ਆਪਾਂ ਸਿਸ ਟਰਾਂਸ ਡੈਜ਼ਿਗਨੇਟ ਕਰ ਹੀ ਨਹੀਂ ਸਕਦੇ ਕਿਉਂਕਿ ਉਹ ਪਰਮਾਨੈਂਟਲੀ ਰੋਟੇਸ਼ਨ ਹੋਣ ਕਰਕੇ ਉਹਨਾਂ 'ਚ ਉਹ ਆਪਣੀ ਪੋਜੀਸ਼ਨ ਚੇਂਜ ਕਰੀ ਜਾਂਦੇ ਨੇ। ਸੋ ਅਗਰ ਉਹ 'ਚ ਆਪਾਂ ਸਿਸ ਟਰਾਂਸ ਦੀ ਗੱਲ ਵੀ ਕਰਦੇ ਹਾਂ ਤਾਂ ਸਿਸ ਰਿਮੇਨ ਸਿਸ ਨਹੀਂ ਰਹੂਗੀ, ਟਰਾਂਸ ਰਿਮੇਨ ਟਰਾਂਸ ਨਹੀਂ ਰਹੂਗੀ। ਔਰ ਜਿਹੜੇ ਅਲਕਾਈਨਸ ਹੁੰਦੇ ਨੇ ਰਾਜੇ, ਅਲਕਾਈਨਸ ਹੁੰਦੇ ਨੇ ਟ੍ਰਿਪਲ ਬੌਂਡ ਵਾਲੇ, ਠੀਕ ਹੈ। ਔਰ ਆਪਾਂ ਇਹ ਬਹੁਤ ਵਾਰ ਕਰ ਚੁੱਕੇ ਹਾਂ, ਟ੍ਰਿਪਲ ਬੌਂਡ sp ਹਾਈਬ੍ਰਿਡਾਈਜੇਸ਼ਨ ਸ਼ੋ ਕਰਦਾ। ਔਰ ਸਾਰੇ ਜਿਹੜੇ ਟ੍ਰਿਪਲ ਬੌਂਡ ਹੁੰਦੇ ਨੇ ਰਾਜੇ, ਟ੍ਰਿਪਲੀ ਬੌਂਡਡ ਕੰਪਾਊਂਡ ਜਿਹੜੇ ਹੁੰਦੇ ਨੇ ਉਹ ਲੀਨੀਅਰ ਹੁੰਦੇ ਨੇ, ਉਹਨਾਂ ਦੀ ਸਟਰਕਚਰ ਹੀ ਰਾਜੇ ਲੀਨੀਅਰ ਹੁੰਦੀ ਹੈ। ਜਿਵੇਂ ਆਪਾਂ ਐਸੀਟਿਲੀਨ ਪੜ੍ਹਦੇ ਹਾਂ, ਐਸੀਟਿਲੀਨ ਕੀ ਹੁੰਦੀ ਆ, C ਟ੍ਰਿਪਲ ਬੌਂਡ C, ਇੱਧਰ ਵੀ H ਹੁੰਦਾ, ਇੱਧਰ ਵੀ H ਹੁੰਦਾ, ਦੋਨੋਂ ਪਾਸੇ ਇਹਦੀ ਸਟਰਕਚਰ ਲੀਨੀਅਰ ਹੁੰਦੀ ਆ। ਸੋ ਲੀਨੀਅਰ 'ਚ ਰਾਜੇ ਆਪਾਂ ਕਹਿ ਨਹੀਂ ਸਕਦੇ ਕੋਈ ਸਿਸ ਟਰਾਂਸ, ਗਰੁੱਪ ਹੀ ਦੋ ਨੇ HH, ਠੀਕ ਹੈ। ਔਰ ਇਹ 'ਚ ਕੋਈ ਸਿਸ ਟਰਾਂਸ ਆਪਾਂ ਡੈਜ਼ਿਗਨੇਟ 'ਚ ਕੋਈ ਪੇਅਰ ਆਪਾਂ ਬਣਾ ਹੀ ਨਹੀਂ ਸਕਦੇ, ਠੀਕ ਹੈ। ਸੋ ਅਲਕੇਨ ਕਿਉਂ ਨਹੀਂ ਸ਼ੋ ਕਰਦੇ, ਬਿਕੋਜ਼ ਦੇਰ ਇਜ਼ ਫਰੀ ਰੋਟੇਸ਼ਨ ਅਰਾਊਂਡ ਦੀ ਕਾਰਬਨ ਕਾਰਬਨ ਸਿਗਮਾ ਬੌਂਡ। ਅਲਕਾਈਨ ਕਿਉਂ ਨਹੀਂ ਸ਼ੋ ਕਰਦੇ, ਬਿਕੋਜ਼ ਅਲਕਾਈਨਸ ਆਰ ਲੀਨੀਅਰ ਇਨ ਸਟਰਕਚਰ, ਸੋ ਦੇਰ ਇਜ਼ ਨੋ ਸਕੋਪ ਆਫ ਸਿਸ ਔਰ ਟਰਾਂਸ ਇਨ ਅਲਕਾਈਨ, ਠੀਕ ਹੈ। ਸੋ ਜਿਹੜਾ ਆਂਸਰ ਤੁਹਾਨੂੰ ਮੈਂ ਸਮਝਾਇਆ ਰਾਜੇ ਮੈਂ ਲਿਖ ਦਿੰਦਾ, ਠੀਕ ਹੈ ਰਾਜੇ। ਤਾਂ ਇਹਦਾ ਆਂਸਰ ਹੋ ਗਿਆ ਬੇਟਾ ਜੋ ਤੁਹਾਨੂੰ ਸਮਝਾਇਆ ਹੈਗਾ। ਹੁਣ ਨੈਕਸਟ ਰਾਜੇ ਆਪਣੇ ਕੋਲ ਕੀ ਹੈ, ਦੇਖੋ ਨੈਕਸਟ ਟੌਪਿਕ ਦਾ ਨੇਮ ਹੈ ਬੇਟਾ E ਐਂਡ Z ਟਾਈਪ ਨੋਮਨਕਲੇਚਰ। ਇਹਦੇ ਵਿੱਚ ਜਿਹੜਾ E ਵਰਡ ਹੈ ਰਾਜੇ, ਇਹਦਾ ਮਤਲਬ ਹੁੰਦਾ ਐਂਟੇਗੀਗਨ। ਜਿਹੜਾ Z ਵਰਡ ਹੈ ਇਹਦਾ ਮਤਲਬ ਹੁੰਦਾ ਜੂਸਾਮੈਨ, ਠੀਕ ਹੈ। ਵੈਸੇ ਤਾਂ ਐਂ ਲੱਗਦਾ ਵੀ ਇਹ ਸਾਇੰਟਿਸਟ ਦੇ ਨੇਮ ਨੇ, ਐਕਚੁਅਲੀ ਸਾਇੰਟਿਸਟ ਦੇ ਨੇਮ ਨਹੀਂ ਹੈਗੇ ਰਾਜੇ, ਇਹ ਵੀ ਗ੍ਰੀਕ ਵਰਡਸ ਨੇ। ਆਪਣੀ ਇੰਗਲਿਸ਼ ਲੈਂਗੁਏਜ ਦੇ ਵਿੱਚ, ਇੰਗਲਿਸ਼ ਲੈਂਗੁਏਜ 'ਚ ਐਂਟੇਗੀਗਨ ਦਾ ਮਤਲਬ ਐਕਰੋਸ ਹੁੰਦਾ, ਔਰ ਜੂਸਾਮੈਨ ਦਾ ਮਤਲਬ ਟੂਗੈਦਰ ਹੁੰਦਾ ਹੈ। ਪਰ ਪਹਿਲਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਕਿ ਈਜ਼ ਅਤੇ Z ਟਾਈਪ ਨੋਮਨਕਲੇਚਰ ਕਿਉਂ ਬਣੀ ਹੈ ਰਾਜੇ, ਠੀਕ ਹੈ। ਕਿਉਂ ਇਹਦੀ ਫਾਰਮੇਸ਼ਨ ਹੋਈ ਆ, ਕਿਉਂ ਬਣੀ ਹੈ ਇਹ। ਐਕਚੁਅਲੀ ਰਾਜੇ ਕਈ ਵਾਰੀ ਕੁਛ ਅਲਕੀਨਸ ਸਾਡੇ ਕੋਲ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਸਿਸ ਟਰਾਂਸ ਡੈਜ਼ਿਗਨੇਟ ਨਹੀਂ ਕਰ ਪਾਉਂਦੇ। ਜਿਵੇਂ ਮੈਂ ਤੁਹਾਨੂੰ ਦੱਸਦਾ, ਜਿਵੇਂ ਸਪੋਜ਼ ਮੈਂ ਇਹ ਅਲਕੀਨ ਲਿਖਦਾ, ਸਪੋਜ਼ ਮੈਂ ਇਹ ਵਾਲੀ ਅਲਕੀਨ ਲਿਖ ਦਿੰਦਾ, ਠੀਕ ਹੈ। ਤਾਂ ਇਹਦੇ ਵਿੱਚ ਰਾਜੇ ਮੈਂ ਸਿਸ ਟਰਾਂਸ ਡੈਜ਼ਿਗਨੇਟ ਨਹੀਂ ਕਰ ਸਕਦਾ, ਹਾਲਾਂਕਿ ਹੈਗੀ ਤਾਂ ਅਲਕੀਨ ਹੀ ਹੈ, ਕਿਉਂਕਿ ਇਹਦੇ ਵਿੱਚ ਕੋਈ ਵੀ ਗਰੁੱਪ ਸਿਮਿਲਰ ਨਹੀਂ ਹੈਗਾ। ਜਿਹੜੇ ਆਪਾਂ ਦੂਸਰੀ ਕੰਡੀਸ਼ਨ ਲਿਖੀ ਸੀ ਉਹ ਫੁੱਲਫਿਲ ਨਹੀਂ ਹੋ ਰਹੀ, ਠੀਕ ਹੈ। ਸਾਰੀ ਅਲੱਗ-ਅਲੱਗ ਨੇ FHBrCl। ਸੋ ਜਿੱਥੇ ਰਾਜੇ ਆਪਾਂ ਸਿਸ ਟਰਾਂਸ ਡੈਜ਼ਿਗਨੇਟ ਨਾ ਕਰ ਸਕੀਏ ਉੱਥੇ ਫਿਰ ਇੱਕ ਨਵਾਂ ਸਿਸਟਮ ਬਣਾਇਆ ਹੋਇਆ, ਉਹਨੂੰ ਆਪਾਂ ਬੋਲਦੇ ਹਾਂ E ਅਤੇ Z, ਠੀਕ ਹੈ। E ਐਂਡ Z ਟਾਈਪ ਨੋਮਨਕਲੇਚਰ। E ਇਹ ਦੋਨੋਂ ਵਰਡਸ ਨੇ, ਸਾਇੰਟਿਸਟ ਦੇ ਨੇਮਸ ਨਹੀਂ ਹੈਗੇ। ਐਂਟੇਗੀਗਨ ਜੂਸਾਮੈਨ ਮਤਲਬ ਐਕਰੋਸ, ਮਤਲਬ ਟੂਗੈਦਰ ਇੰਗਲਿਸ਼ ਲੈਂਗੁਏਜ। ਹੁਣ ਜਿਵੇਂ ਆਪਾਂ ਨੂੰ ਆਉਂਦਾ ਕਿ ਡੈਜ਼ਿਗਨੇਟ E ਔਰ Z, ਮਤਲਬ ਆਪਾਂ ਲਿਖਿਆ ਹੁੰਦਾ ਹੈਗਾ ਵੀ ਤੁਸੀਂ ਡੈਜ਼ਿਗਨੇਟ ਕਰੋ ਵੀ ਇਹ E ਹੈ ਕਿ Z ਹੈ ਰਾਜੇ, ਠੀਕ ਹੈ। ਤਾਂ ਮਤਲਬ ਉਹ ਅਸੀਂ ਹੁਣ ਕਿਵੇਂ ਰਾਜੇ ਡੈਜ਼ਿਗਨੇਟ ਕਰਾਂਗੇ, ਦੇਖੋ ਇਹਦਾ ਮੈਨੂੰ ਤਰੀਕਾ ਸਿਖਾਉਣਾ E ਅਤੇ Z ਕਿਵੇਂ ਲਿਖਣਾ। ਤੁਸੀਂ ਕੀ ਕਰਨਾ ਰਾਜੇ, ਤੁਸੀਂ ਦੋਨਾਂ ਦੇ ਵਿੱਚੋਂ, ਜਿਵੇਂ ਆਹ ਦੋਨੋਂ ਕਾਰਬਨ ਕਾਰਬਨ ਡਬਲ ਬੌਂਡ ਨੇ ਨਾ, ਦੋਨਾਂ ਦੇ ਵਿੱਚੋਂ ਰੈਂਡਮਲੀ ਤੁਹਾਡੀ ਮਰਜ਼ੀ ਹੈ ਕੋਈ ਇੱਕ ਕਾਰਬਨ ਕਾਰਬਨ ਡਬਲ ਬੌਂਡ ਦੀ ਇੱਕ ਕਾਰਬਨ ਸਿਲੈਕਟ ਕਰ ਲਓ। ਦੋ ਨੇ ਨਾ ਡਬਲੀ ਬੌਂਡਡ, ਇੱਕ ਇਹ ਆ ਇੱਕ ਇਹ ਵਾਲੀ ਹੈ, ਕੋਈ ਇੱਕ ਸਿਲੈਕਟ ਕਰ ਲਓ। ਸਪੋਜ਼ ਮੈਂ ਪਹਿਲਾਂ ਆਹ ਵਾਲੀ ਸਿਲੈਕਟ ਕਰਦਾ, ਠੀਕ ਹੈ, ਆਹ ਵਾਲੀ ਡਬਲੀ ਬੌਂਡ ਸਿਲੈਕਟ ਕਰਦਾ। ਜਿਹੜੀ ਮੈਂ ਪਹਿਲਾਂ ਡਬਲੀ ਬੌਂਡ ਸਿਲੈਕਟ ਕੀਤੀ ਹੈ ਡਬਲੀ ਬੌਂਡ ਕਾਰਬਨ, ਉਹਦੇ ਨਾਲ ਨਾ ਡਾਇਰੈਕਟਲੀ ਅਟੈਚ ਐਟਮ ਦੇਖੋ, ਸਿਰਫ ਇਹਨੂੰ ਦੇਖਣਾ ਜੇ, ਇਹਨੂੰ ਨਹੀਂ ਦੇਖਣਾ, ਇਹ ਬਾਅਦ 'ਚ ਦੇਖਾਂਗੇ। ਇਹਦੇ ਨਾਲ ਡਾਇਰੈਕਟਲੀ ਅਟੈਚ ਕੀ ਹੈ, ਇੱਕ F ਹੈ, ਇੱਕ ਇਹਦੇ ਨਾਲ ਡਾਇਰੈਕਟਲੀ, ਇਹਦੇ ਨਾਲ ਨੀਚੇ H ਹੈ। ਜਿਹਦਾ ਦੇਖਣਾ ਡਾਇਰੈਕਟਲੀ ਅਟੈਚ ਹੈ, ਠੀਕ ਹੈ, ਡਾਇਰੈਕਟਲੀ ਅਟੈਚ ਦੇਖਣਾ। ਜਿਹਦਾ ਅਟੋਮਿਕ ਨੰਬਰ ਜ਼ਿਆਦਾ ਦੋਨਾਂ 'ਚੋਂ, ਫਲੋਰੀਨ ਦਾ 9 ਹੁੰਦਾ, ਇਹਦਾ 1, ਜਿਹਦਾ ਅਟੋਮਿਕ ਨੰਬਰ ਜ਼ਿਆਦਾ ਹੈ ਉਹਨੂੰ ਲਿਖ ਦਿਓ 1, ਜਿਹਦਾ ਘੱਟ ਹੈ ਉਹਨੂੰ ਲਿਖ ਦਿਓ 2। ਇਹਨੂੰ ਬੋਲਦੇ ਐਵੇਂ ਹੁੰਦੇ ਨੇ ਕਿ ਉਹਨੂੰ ਪ੍ਰਾਇਓਰਿਟੀ ਦੇ ਦਿਓ 1, ਇਹਨੂੰ ਪ੍ਰਾਇਓਰਿਟੀ ਦੇ ਦਿਓ 2। ਪ੍ਰਾਇਓਰਿਟੀ ਮੀਨਸ ਹੁੰਦਾ ਪਹਿਲ ਦੇਣਾ, ਇਹਨੂੰ ਫਸਟ ਪਹਿਲ ਦੇਣੀ ਹੈ, ਇਹਨੂੰ ਸੈਕਿੰਡ।
ਹੁਣ ਜੋ ਟਰੀਟਮੈਂਟ ਤੁਸੀਂ ਇਹ ਵਾਲੀ ਡਬਲੀ ਬੌਂਡਡ ਕਾਰਬਨ ਨਾਲ ਕੀਤਾ ਉਹੀ ਸੇਮ ਟਰੀਟਮੈਂਟ ਇਹਦੇ ਨਾਲ ਕਰਨਾ। ਇਹਦੇ ਨਾਲ ਡਾਇਰੈਕਟਲੀ ਅਟੈਚ ਇੱਕ ਕਲੋਰੀਨ ਹੈ ਜਿਹਦਾ ਐਟੋਮਿਕ ਨੰਬਰ 17 ਹੁੰਦਾ, ਔਰ ਸਾਨੂੰ ਪਤਾ ਹੈਗਾ ਕਲੋਰੀਨ ਦੇ ਨੀਚੇ ਬ੍ਰੋਮੀਨ ਹੁੰਦਾ ਤਾਂ ਜ਼ਿਆਦਾ ਹੀ ਹੋਊਗਾ ਬ੍ਰੋਮੀਨ ਦਾ 35 ਹੁੰਦਾ, ਤਾਂ ਇਹਦਾ 35 ਹੈ, ਇਹਨੂੰ ਨੰਬਰ 1 ਦੇ ਦਿਓ, ਇਹਦਾ 17 ਨੂੰ ਨੰਬਰ 2, ਪ੍ਰਾਇਓਰਿਟੀ 1 ਪ੍ਰਾਇਓਰਿਟੀ 2। ਉਸ ਤੋਂ ਬਾਅਦ ਤੁਸੀਂ ਕੀ ਦੇਖਣਾ ਰਾਜੇ ਵੀ ਜਿਹੜੀਆਂ ਸੇਮ ਸਿਮਿਲਰ ਪ੍ਰਾਇਓਰਿਟੀਜ਼ ਨੇ ਜਿਵੇਂ 1 1 2 2 ਸਿਮਿਲਰ ਪ੍ਰਾਇਓਰਿਟੀਜ਼ ਕਿਵੇਂ ਪਈਆਂ ਨੇ, ਇਹ ਐਕਰੋਸ ਪਈਆਂ ਨੇ ਰਾਜੇ, ਦੇਖੋ ਐਵੇਂ ਐਵੇਂ ਐਕਰੋਸ ਪਈਆਂ ਨੇ, ਤਾਂ ਮੈਂ ਕਹੂੰਗਾ ਇਹ ਅਲਕੀਨ ਦੀ ਨੇਚਰ ਹੈਗੀ ਆ ਈ ਟਾਈਪ, ਈ ਟਾਈਪ। ਠੀਕ ਹੈ, ਮੈਂ ਇੱਕ ਹੋਰ ਐਗਜ਼ਾਮਪਲ ਲੈਣਾ, देखो आप एक और एग्जाम्पल लेने तो थोड़ी डिफरेंट, CH3 CH2 CH3 CH2 CH2 C2H5 भी लिख सकते हो। ठीक है, सपोज इधर मैं Fe ले लेना, ठीक है, और इधर मैं NO2 ले लेना। ਹੁਣ ਇਸ ਅਲਕੀਨ ਨੂੰ ਮੈਂ ਅਗੇਨ ਦੇਖਣਾ ਵੀ ਈ ਟਾਈਪ ਆ ਕਿ ਜ਼ੈਡ ਟਾਈਪ ਹੈ। ਠੀਕ ਹੈ, ਸਭ ਤੋਂ ਪਹਿਲਾਂ ਰੈਂਡਮਲੀ ਕੋਈ ਇੱਕ ਕਾਰਬਨ, ਸਪੋਜ਼ ਮੈਂ ਇਹਨੂੰ ਕਰਦਾ, ਇਹ ਡਾਇਰੈਕਟਲੀ ਅਟੈਚ ਕਿਹਦੇ ਨਾਲ ਆ, ਸੀ ਨਾਲ, ਇਹ ਨੀਚੋਂ ਵੀ ਡਾਇਰੈਕਟਲੀ ਅਟੈਚ ਕਿਹਦੇ ਨਾਲ, ਸੀ ਨਾਲ। ਤਾਂ ਫਿਲਹਾਲ ਤਾਂ ਮੈਂ ਹੁਣ ਡੈਜ਼ਿਗਨੇਟ ਕਰ ਨਹੀਂ ਸਕਦਾ ਕਿਉਂਕਿ ਇਹਦਾ ਵੀ ਐਟੋਮਿਕ ਨੰਬਰ 6 ਹੈ, ਇਹਦਾ ਵੀ 6 ਹੈ। ਅਗਰ ਇਹਨੂੰ ਮੈਂ ਥੋੜ੍ਹਾ ਖੋਲ੍ਹ ਕੇ ਲਿਖ ਲੈਂਦਾ ਵੀ ਤਾਂ ਕਿ ਤੁਹਾਨੂੰ ਈਜ਼ੀਲੀ ਤੁਸੀਂ ਸਮਝ ਸਕੋ ਇਸ ਨੂੰ। वैसे मैं ना भी लिखता तो भी नॉलेज है इस चीज़ की। ठीक है, मैं थोड़ा खोल के लिख लिया। ਹੁਣ ਡਾਇਰੈਕਟਲੀ ਅਟੈਚ ਸੀ, ਡਾਇਰੈਕਟਲੀ ਅਟੈਚ ਸੀ, ਫਿਲਹਾਲ ਮੈਂ ਅਨੇਬਲ ਹਾਂ, ਮੈਂ ਕਿਸੇ ਨੂੰ ਪ੍ਰਾਇਓਰਟੀ 1 ਜਾਂ 2 ਨਹੀਂ ਦੇ ਸਕਦਾ। ਜੇਕਰ ਤੁਹਾਡੇ ਕੋਲੇ ਡਾਇਰੈਕਟਲੀ ਅਟੈਚ ਸੇਮ ਆ ਜਾਣ ਫਿਰ ਤੁਸੀਂ ਨੈਕਸਟ ਪ੍ਰੋਸੀਡ ਕਰਨਾ ਵੀ ਦੇਖੋ, ਤੁਸੀਂ ਦੇਖਣਾ ਵੀ ਨੈਕਸਟ ਪ੍ਰੋਸੀਡ ਕਰੇ ਤੇ ਕੋਈ ਹਾਇਰ ਅਟੋਮਿਕ ਨੰਬਰ ਵਾਲਾ ਐਲੀਮੈਂਟ ਆ ਰਿਹਾ। ਜੇ ਮੈਂ ਇਸ ਕਾਰਬਨ ਤੋਂ ਨੈਕਸਟ ਪ੍ਰੋਸੀਡ ਕਰਾਂ ਤਾਂ ਮੈਨੂੰ ਇਕੱਲਾ ਹਾਈਡਰੋਜਨ ਹੀ ਦਿਖਾਈ ਦੇਊਗਾ। ਜੇ ਮੈਂ ਇਸ ਕਾਰਬਨ ਤੋਂ ਨੈਕਸਟ ਪ੍ਰੋਸੀਡ ਕਰਾਂ ਤਾਂ ਮੇਰੇ ਕੋਲ ਇੱਕ ਹਾਇਰ ਅਟੋਮਿਕ ਨੰਬਰ ਵਾਲਾ ਐਲੀਮੈਂਟ ਕਾਰਬਨ ਹੈਗਾ। ਇੱਧਰ ਇਕੱਲਾ ਐਚ ਹੈ, ਅਟੋਮਿਕ ਨੰਬਰ 1, ਇੱਧਰ ਉਸ ਤੋਂ ਜ਼ਿਆਦਾ ਵਾਲਾ ਇੱਕ ਹੈਗਾ, ਫਿਰ ਕਾਰਬਨ ਹੈਗਾ 6, ਤਾਂ ਇਹਨੂੰ ਮੈਂ ਨੰਬਰ ਦੇ ਦੂੰਗਾ 1, ਆਟੋਮੈਟਿਕ ਨੂੰ ਨੰਬਰ ਮਿਲ ਜੂ 2। ਫਿਰ ਇਸੇ ਤਰ੍ਹਾਂ ਇੱਧਰ ਡਾਇਰੈਕਟਲੀ ਅਟੈਚ ਕੀ ਹੈ, F ਅਟੋਮਿਕ ਨੰਬਰ 9, ਡਾਇਰੈਕਟਲੀ ਅਟੈਚ ਕੀ ਹੈ, N ਅਟੋਮਿਕ ਨੰਬਰ 7, ਸੋ ਇਹਦਾ ਜ਼ਿਆਦਾ ਆ 1, ਇਹਦਾ ਘੱਟ ਹੈ 2। ਹੁਣ ਜਿਹੜੀਆਂ ਸਿਮਿਲਰ ਪ੍ਰਾਇਓਰਟੀਜ਼ ਨੇ 1 1 ਟੂਗੈਦਰ ਆ ਰਹੀਆਂ ਨੇ ਸੇਮ ਸਾਈਡ 'ਤੇ 2 2, ਤਾਂ ਮੈਂ ਕਹੂੰਗਾ ਇਹ ਕਿਹੜੀ ਟਾਈਪ ਦੀ ਹੈ, Z ਟਾਈਪ। ਠੀਕ ਹੈ, ਹਾਲਾਂਕਿ ਇੱਕ ਰੂਲ ਉਰੇ ਹੋਰ ਵੀ ਹੁੰਦਾ ਬਟ ਉਰੇ ਦੱਸਣ ਦੀ ਲੋੜ ਨਹੀਂ ਹੈ। ਇਹ ਜਿਹੜਾ NO2 ਹੁੰਦਾ ਨਾ ਐਵੇਂ ਹੁੰਦਾ, ਮੈਂ ਤੁਹਾਨੂੰ ਅਗਲੀ ਐਗਜ਼ਾਮਪਲ ਉਹੀ ਲੈ ਰਿਹਾ, ਜਿਹੜਾ NO2 ਜੁੜਿਆ ਹੋਇਆ ਨਾ ਐਕਚੁਅਲੀ ਐਵੇਂ ਆ, ਇਹ ਐਵੇਂ N ਡਬਲ ਬੌਂਡ O ਹੁੰਦਾ, ਸਿੰਗਲ ਬੌਂਡ O ਜਿਹੜਾ C ਨਾਲ ਜੁੜਿਆ ਹੋਇਆ ਡਬਲੀ ਨਾਲ। ਠੀਕ ਹੈ, ਲੇਕਿਨ ਇਹਦੀ ਗੱਲ ਆਪਾਂ ਬਾਅਦ 'ਚ ਕਰਦੇ ਹਾਂ, ਇਹ ਮੈਂ ਅਲੱਗ ਤੋਂ ਐਗਜ਼ਾਮਪਲ ਲੈਣਾ ਇਸ ਤਰ੍ਹਾਂ ਦੇ ਕੰਪਾਊਂਡ ਲਈ। ਦੇਖੋ ਥਰਡ ਐਗਜ਼ਾਮਪਲ, ਸਪੋਜ਼ ਮੈਂ ਹੁਣ ਫਿਰ ਇੱਕ ਕਾਰਬਨ ਕਾਰਬਨ ਡਬਲ ਬੌਂਡ ਲੈਣਾ, ਮੈਂ ਲੈਣਾ CHO COOH HD, ਫਿਰ ਅਜੇ ਉਵੇਂ ਹੀ ਹੈ। ਰੈਂਡਮਲੀ ਤੁਸੀਂ ਇੱਕ ਕਾਰਬਨ ਜਿਹੜੀ ਮਰਜ਼ੀ ਕਰ ਲਓ, ਇਹਨੂੰ ਜ਼ਰੂਰ ਇਹੀ ਕਰਨੀ ਆ, ਤੁਹਾਡੀ ਇੱਛਾ ਹੈ। ਇਹ ਹੁਣ ਇਹਦੇ ਵਿੱਚ ਰਾਜੇ ਵੈਸੇ ਤਾਂ ਤੁਸੀਂ ਦੇ ਦੋਗੇ ਪ੍ਰਾਇਓਰਟੀ, ਜੇ ਮੈਂ ਤੁਹਾਨੂੰ ਸਹੀ ਦੱਸਾਂ ਤੁਸੀਂ ਪ੍ਰਾਇਓਰਟੀ ਬੜੀ ਈਜ਼ਲੀ ਦੇ ਦੋਗੇ, ਲੇਕਿਨ ਰਾਜੇ ਦਿੱਕਤ ਕੀ ਹੈ, ਇਹਦੇ ਵਿੱਚ ਇੱਕ ਰੂਲ ਵੀ ਹੈ ਇੱਕ। ਦੇਖੋ ਜੀ ਤੁਸੀਂ ਕਿਵੇਂ ਇਹਨੂੰ ਥੋੜ੍ਹਾ ਖੋਲ੍ਹ ਕੇ ਲਿਖ ਲੈਂਦੇ ਆਪਾਂ, ਉਹ ਤਾਂ ਤੁਸੀਂ ਮੈਂ ਦੱਸਾਂ ਜੇ ਮੈਂ ਤੁਹਾਨੂੰ ਨਾ ਵੀ ਰੂਲ ਦੱਸਾਂ ਤੁਸੀਂ ਇਹ 'ਚੋਂ ਦੱਸ ਦੋਗੇ ਮੈਨੂੰ, ਇਹਨੂੰ ਨੰਬਰ 1 ਮਿਲੂਗਾ, ਪ੍ਰਾਇਓਰਟੀ 1 ਪ੍ਰਾਇਓਰਟੀ 2। ਠੀਕ ਹੈ, ਇੱਧਰ ਥੋੜ੍ਹਾ ਅਲੱਗ ਤੋਂ ਰੂਲ ਹੈ। ਪਹਿਲਾਂ ਮੈਂ ਥੋੜ੍ਹਾ ਖੋਲ੍ਹ ਕੇ ਲਿਖਦਾ ਕੰਪਾਊਂਡ ਨੂੰ, ਇੱਧਰ ਹੀ ਲਿਖਦਾ ਮੈਂ ਔਰ। ਠੀਕ ਹੈ, C ਡਬਲ ਬੌਂਡ C CHO ਐਲਡੀਹਾਈਡ ਹੈ ਨਾ, ਉਹਨੂੰ ਮੈਂ ਖੋਲ੍ਹ ਕੇ ਲਿਖ ਲਿਆ COOH, ਇਹਨੂੰ ਵੀ ਖੋਲ੍ਹ ਕੇ ਲਿਖ ਲਿਆ। ਇੱਧਰ ਕੀ ਲੱਗਿਆ ਹੋਇਆ H, ਇੱਧਰ ਲੱਗਿਆ D। ਦੇਖੋ ਵੈਸੇ ਤੁਸੀਂ ਮੈਨੂੰ ਦੱਸ ਦੋਗੇ ਵੀ ਸਰ ਇਹਦੇ ਵਿੱਚ ਡਾਇਰੈਕਟਲੀ ਅਟੈਚ C ਹੈ,
ਇਹਦੇ ਵੀ C ਹੈ, ਫਿਲਹਾਲ ਅਸੀਂ ਨਹੀਂ ਕਰ ਸਕਦੇ। ਠੀਕ ਹੈ, ਡਬਲ ਤੇ ਸਿੰਗਲ ਚੋਂ ਪਹਿਲਾਂ ਡਬਲ ਨੂੰ ਦੇਖੋ, ਉਸ ਤੋਂ ਬਾਅਦ ਇਹਦੇ ਕੋਲ ਡਬਲੀ ਬੌਂਡਡ O ਹੈ, ਡਬਲੀ ਬੌਂਡਡ O ਹੈ, ਸਰ ਸੇਮ ਆ ਗਿਆ ਹਜੇ ਵੀ। ਇਸ ਤੋਂ ਬਾਅਦ ਜੇ ਦੇਖੀਏ ਤਾਂ ਇਹਦੇ ਕੋਲ H ਹੈ, ਇਹਦੇ ਕੋਲ ਇੱਕ O ਵੀ ਹੈ, H ਦਾ 1 ਹੈ, O ਦਾ 8 ਹੈ। ਸਰ ਤੁਸੀਂ ਮੈਨੂੰ ਦੱਸ ਦੋਗੇ ਵੀ ਸਰ ਇਹਨੂੰ ਪ੍ਰਾਇਓਰਟੀ 1 ਦੇਵਾਂਗੇ, ਇਹਨੂੰ ਪ੍ਰਾਇਓਰਟੀ 2, ਲੇਕਿਨ ਇਸ ਨੂੰ ਰੂਲ ਨਹੀਂ ਪਤਾ ਲੱਗਣਾ। ਠੀਕ ਹੈ, ਦੇਖੋ ਰੂਲ ਇਹ 'ਚ ਇਹ ਹੁੰਦਾ ਰਾਜੇ ਵੀ ਜਿਵੇਂ ਪ੍ਰਾਇਓਰਟੀ ਦੇਣੀ ਸ਼ੁਰੂ ਕਰਦਾ, ਦੇਖੋ ਪਹਿਲਾਂ ਇਹ ਕਾਰਬਨ ਹੈ, ਡਾਇਰੈਕਟ ਅਟੈਚ ਕਾਰਬਨ ਹੈ ਉਰੇ, ਨੀਚੇ ਵੀ ਡਾਇਰੈਕਟ ਅਟੈਚ ਕਾਰਬਨ ਹੈ। ਉਸ ਤੋਂ ਬਾਅਦ ਡਬਲੀ ਬੌਂਡਡ O ਦੇਖਣਾ, ਜਿਹੜੀ 'ਚ ਡਬਲੀ ਬੌਂਡ ਹੈ ਨਾ ਉਹਨੂੰ 2 ਵਾਰ ਕੰਸੀਡਰ ਕਰਨਾ ਰਾਜੇ। ਜਿਵੇਂ ਡਬਲੀ ਬੌਂਡ ਉਹਨੂੰ ਤੁਸੀਂ 2 ਵਾਰ ਮੰਨਣਾ, O, ਇੱਥੇ ਵੀ ਡਬਲ ਬੌਂਡ ਹੈ, O, ਫਿਰ ਇਸ ਤੋਂ ਬਾਅਦ ਇਕੱਲਾ H ਰਹਿ ਗਿਆ। ਅੱਜ ਤੱਕ ਤਾਂ ਆਪਾਂ ਪ੍ਰਾਇਓਰਟੀ ਦੇ ਨਹੀਂ ਸਕਦੇ, COO, ਇਸ ਤੋਂ ਬਾਅਦ O ਆ ਰਿਹਾ, ਤਾਂ ਇੱਥੇ H ਆ ਗਿਆ, ਇੱਥੇ O। ਹੁਣ ਸਾਨੂੰ ਪਤਾ ਲੱਗ ਗਿਆ ਕਿ ਇਹਨੂੰ ਪ੍ਰਾਇਓਰਟੀ ਕਿੰਨੀ ਦੇਣੀ ਹੈ, 1, ਇਹਨੂੰ ਪ੍ਰਾਇਓਰਟੀ ਕਿਹੜੀ ਦੇਣੀ ਹੈ, 2। ਠੀਕ ਹੈ, ਇਹ ਰੂਲ ਹੈ ਬਸ ਰਾਜੇ, ਰੂਲ ਬਣਾਇਆ ਹੋਇਆ E ਤੇ Z ਦਾ। ਹੁਣ H ਤੇ D, ਹੁਣ D ਕੋਈ ਅਲੱਗ ਤੋਂ ਕੋਈ ਸੈਪਰੇਟ ਐਲੀਮੈਂਟ ਤਾਂ ਹੈ ਨਹੀਂ, ਇਹ ਆਈਸੋਟੋਪ ਹੈ, ਹਾਈਡਰੋਜਨ ਦਾ ਆਈਸੋਟੋਪ ਹੁੰਦਾ ਡਿਊਟੀਰੀਅਮ। H ਹਾਈਡਰੋਜਨ ਹੀ ਹੈ, ਜਿਹਨੂੰ ਆਪਾਂ ਪ੍ਰੋਟੀਅਮ ਬੋਲਦੇ ਹਾਂ ਆਈਸੋਟੋਪ ਨੂੰ, ਉਹੀ ਹਾਈਡਰੋਜਨ ਹੁੰਦਾ ਹੈ। ਤਾਂ ਜਿੱਥੇ ਰਾਜੇ ਤੁਹਾਡੇ ਕੋਲ ਆਈਸੋਟੋਪ ਆ ਜਾਣਗੇ, ਆਈਸੋਟੋਪ ਦੇ ਕੇਸ 'ਚ ਤੁਸੀਂ ਅਟੋਮਿਕ ਨੰਬਰ ਨਹੀਂ ਦੇਖਣਾ, ਉੱਥੇ ਤੁਸੀਂ ਮਾਸ ਨੰਬਰ ਦੇਖਣਾ। ਇਹਦਾ 2 ਹੁੰਦਾ, ਇਹਦਾ 1, ਤਾਂ ਜਿਹਦਾ ਮਾਸ ਨੰਬਰ ਜ਼ਿਆਦਾ ਉਹਨੂੰ 1 ਪ੍ਰਾਇਓਰਟੀ ਦੇਣੀ ਹੈ, ਇਹਦਾ ਜ਼ਿਆਦਾ ਇਹਨੂੰ 1 ਪ੍ਰਾਇਓਰਟੀ, ਇਹਨੂੰ 2। ਫਿਰ ਸੇਮ ਦੇਖੋ, ਸਿਮਿਲਰ ਪ੍ਰਾਇਓਰਟੀ ਸੇਮ ਸਾਈਡ 'ਤੇ ਨੇ, ਸਿਮਿਲਰ ਪ੍ਰਾਇਓਰਟੀ ਸੇਮ, ਇਹਦਾ ਮਤਲਬ ਇਹ ਕੰਪਾਊਂਡ ਦੀ ਨੇਚਰ ਵੀ ਕਿਹੜੀ ਹੈ, Z ਟਾਈਪ। ਠੀਕ ਹੈ, ਇਸੇ ਤਰ੍ਹਾਂ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਕਰਾਉਣਾ ਰਾਜੇ, CH3, ਠੀਕ ਹੈ, ਉਸ ਤੋਂ ਬਾਅਦ C6H5, ਇਸੇ ਤਰ੍ਹਾਂ ਹੀ ਇੱਧਰ ਰਾਜੇ CH2CH3, ਉਹੀ ਇਥਾਈਲ ਜਿਹੜਾ ਆਪਾਂ ਉੱਪਰ ਯੂਜ਼ ਕੀਤਾ ਸੀ, ਐਂਡ CN ਸਾਨੂੰ ਪਤਾ ਹੈ ਕਿਹੜਾ CN ਸਾਈਨਾਈਡ ਹੁੰਦਾ, ਆਪਾਂ ਲੂਇਸ ਡੌਟ ਸਟਰਕਚਰ ਪੜ੍ਹੀ 'ਚ ਟ੍ਰਿਪਲ ਬੌਂਡ ਹੁੰਦਾ, CN 'ਚ ਟ੍ਰਿਪਲ ਬੌਂਡ ਲੂਇਸ ਡੌਟ ਸਟਰਕਚਰ 'ਚ। ਸਭ ਤੋਂ ਪਹਿਲਾਂ ਰੂਲ ਅਪਲਾਈ ਕਰੋ, ਪ੍ਰਾਇਓਰਟੀ 2, ਇਹ ਤੁਸੀਂ ਦੇ ਦੋਗੇ ਕਾਰਬਨ, ਪਰ ਇਹਦੇ ਵਿੱਚ ਅੱਗੇ ਕਾਰਬਨ ਬਹੁਤ ਨੇ, ਸੋ ਪ੍ਰਾਇਓਰਟੀ 1, ਠੀਕ ਹੈ, ਪ੍ਰਾਇਓਰਟੀ 2। ਡਾਇਰੈਕਟ ਅਟੈਚ ਕਾਰਬਨ, ਡਾਇਰੈਕਟ ਅਟੈਚ ਕਾਰਬਨ ਨਹੀਂ ਦੇ ਸਕਦੇ। ਕਾਰਬਨ ਤੋਂ ਬਾਅਦ ਹਾਇਰ ਐਟੋਮਿਕ ਨੰਬਰ ਵਾਲਾ ਕਾਰਬਨ ਹੈ, ਕਾਰਬਨ ਤੋਂ ਬਾਅਦ ਹਾਇਰ ਐਟੋਮਿਕ ਵਾਲਾ N ਹੈ, N ਦਾ 7 ਹੁੰਦਾ, ਇਹ ਕਾਰਬਨ ਦਾ 6, ਇਹ ਇਹਨੂੰ 3 ਵਾਰ ਕੰਸੀਡਰ ਹੋਊਗੀ। ਠੀਕ ਹੈ, ਲੇਕਿਨ ਸਾਨੂੰ ਪਹਿਲੇ ਤੋਂ ਹੀ ਪਤਾ ਲੱਗ ਜਾਣਾ। ਵੈਸੇ ਆਪਾਂ ਇਹ ਕਹਾਂਗੇ CNNN, ਇਹ ਇਕੱਲੀ C ਹੈ, ਸੋ ਇਹਨੂੰ ਪ੍ਰਾਇਓਰਟੀ ਕੀ ਦੇਵਾਂਗੇ, 1, ਇਹਨੂੰ ਪ੍ਰਾਇਓਰਟੀ ਕੀ ਦੇਵਾਂਗੇ, 2। ਹੁਣ ਸਿਮਿਲਰ ਪ੍ਰਾਇਓਰਟੀਜ਼ ਅਕਰੋਸ ਆ ਰਹੀਆਂ ਨੇ, ਅਤੇ ਇਹ ਕਿਹੜੀ ਹੈ, E ਟਾਈਪ ਬੇਟਾ। ਠੀਕ ਹੈ, ਸੋ ਇਹ ਸੀ E and Z ਟਾਈਪ ਨੋਮਨਕਲੇਚਰ। ਓਕੇ, ਚਲੋ ਹੁਣ ਤੁਹਾਨੂੰ ਮੈਂ ਨੈਕਸਟ ਕਰਵਾਉਣਾ ਰਾਜੇ, ਦੇਖੋ ਨੈਕਸਟ ਹੈ कंपैरिजन ऑफ एसिडिक करैक्टर या एसिडिक स्ट्रेंथ ऑफ अल्केन्स एंड अल्काइंस। ये चाहे भी आ सकता एग्जाम्पल के तौर पर इथेन, इथीन एंड इथाइन। इथीन नू कॉमन सिस्टम च इथाइलीन भी बोलते हैं, इनू कॉमन सिस्टम च एसिटलीन बोलते हैं। ये पढ़े हुए ने अपने। देखो जी ये लिए ना थोड़ी कॉन्सैप्ट पता होना चाहिए, मैं थोड़ी याद करवा देना कॉन्सैप्ट आप पढ़िया होया हो। जिहड़ी इलैक्ट्रोनैगेटिविटी होंदी है, ठीक है, वो SP, SP2 ते SP3 हाइब्रिडाइज जिहड़ियां कार्बनस ने उन्हां दी अलग अलग होंदी है। इलैक्ट्रोनैगेटिविटी की होंदी है, द पावर ऑफ एन एटम टू अट्रैक्ट द शेयर पेयर ऑफ इलैक्ट्रॉन टूवर्ड इटसैल्फ। द पावर ऑफ एन एटम टू अट्रैक्ट मीनस ये अट्रैक्शन पर डिपेंड करती है, जिन्नी ज़्यादा अट्रैक्शन होगी उन्नी इलैक्ट्रोनैगेटिविटी ज़्यादा। हालांकि कॉन्सैप्ट पढ़िया मैं रिवाइज कराना। देखो SPDF ਦੇ ਵਿੱਚੋਂ S ऑर्बिटल न्यूक्लियस ਦੇ ਸਭ ਤੋਂ ਨੇੜੇ ਹੁੰਦੇ ਨੇ, है ना। ਆਪਾਂ ਇਹ ਕਹਿ ਸਕਦੇ ਹਾਂ
कि s orbitals feels maximum attraction from the nucleus because these are nearest to the nucleus. Or we can say s electrons in s orbitals spends more time closer to the nucleus. It means s orbitals feels maximum force of attraction from the nucleus. ठीक है, देखो ਹੁਣ ਇੱਕ ਹੁੰਦੀ ਹੈ sp ਹਾਈਬ੍ਰਿਡਾਈਜ਼ਡ ਕਾਰਬਨ, ਇੱਕ ਹੁੰਦੀ ਹੈ sp2, ਇੱਕ ਹੁੰਦੀ ਹੈ sp3, ਹੈ ਨਾ। ਜਿਹੜੇ ਅਲਕਾਈਨਸ ਹੁੰਦੇ ਨੇ ਟ੍ਰਿਪਲ ਬੌਂਡ ਵਾਲੇ ਉਹਨਾਂ 'ਚ sp ਹੁੰਦੀ ਆ, ਜਿਹੜੇ ਅਲਕੀਨਸ ਹੁੰਦੇ ਨੇ ਉਹਨਾਂ 'ਚ sp2 ਹੁੰਦੀ ਆ, ਜਿਹੜੇ ਅਲਕੇਨਸ ਹੁੰਦੇ ਨੇ ਉਹਨਾਂ 'ਚ sp3 ਹੁੰਦੀ ਹੈ। ਜੇ ਆਪਾਂ ਇਹਨਾਂ ਦੇ ਇਹ ਕੱਢ ਕੇ ਦੇਖੀਏ %s, ਇਹਨੂੰ ਕਹਿੰਦੇ ਨੇ s ਕਰੈਕਟਰ, sp ਟੋਟਲ 2 ਨੇ, 2 ਚੋਂ ਇੱਕ s ਹੈ ਇੱਕ p ਹੈ, ਤਾਂ ਇਹਦਾ ਮਤਲਬ ਇਹਦੇ ਵਿੱਚ 50% s ਹੈ। ਇਹ 4 ਨੇ, ਇੱਕ s 3 p, ਟੋਟਲ 4, 4 ਚੋਂ ਇੱਕ s ਹੈ, ਤਾਂ ਇਹਦੇ ਵਿੱਚ 25% s ਹੈ। ਇਹ 3 ਨੇ, 3 ਚੋਂ ਇੱਕ s ਹੈ, ਇਹ 33.33% ਇਹਦੇ ਵਿੱਚ s ਹੈ। ਹੁਣ ਆਪਾਂ ਹੁਣੇ ਦੱਸ ਕੇ ਹਟੇ ਹਾਂ ਕਿ s orbitals ਸਭ ਤੋਂ ਜ਼ਿਆਦਾ ਅਟਰੈਕਸ਼ਨ ਫੀਲ ਕਰਦੇ ਨੇ ਨਿਊਕਲੀਅਸ ਦੀ, ਠੀਕ ਹੈ। ਸੋ ਜਿਹਦੇ ਵਿੱਚ ਜਿੰਨੀ s ਦੀ ਪਰਸੈਂਟੇਜ ਜ਼ਿਆਦਾ ਹੋਊਗੀ ਉਹ ਓਨਾ ਹੀ ਜ਼ਿਆਦਾ ਇਲੈਕਟ੍ਰੋ ਨੈਗੇਟਿਵ ਹੋਊਗਾ ਰਾਜੇ, ਠੀਕ ਹੈ। ਇਹਦਾ ਮਤਲਬ sp ਹਾਈਬ੍ਰਿਡਾਈਜ਼ਡ, sp ਹਾਈਬ੍ਰਿਡੇਸ਼ਨ ਸਭ ਤੋਂ ਵੱਧ ਇਲੈਕਟ੍ਰੋਨੈਗੇਟਿਵ, ਉਸ ਤੋਂ ਘੱਟ sp2, ਸਭ ਤੋਂ ਘੱਟ sp3। ਇਹ ਆਪਾਂ ਪਹਿਲਾਂ ਵੀ ਪੜ੍ਹਿਆ ਹੋਇਆ ਰਾਜੇ, ਜਸਟ ਮੈਂ ਰਿਵੀਜ਼ਨ ਕਰਾਈ ਹੈ। ਹੁਣ ਮੈਂ ਐਗਜ਼ਾਮਪਲ ਲੈਣਾ, ਦੇਖੋ ਅਲਕਾਈਨ 'ਚ ਮੈਂ ਐਗਜ਼ਾਮਪਲ ਲੈਣਾ ਇਥਾਈਨ ਦੀ, ਠੀਕ ਹੈ। ਇਹ ਵਾਲੀ ਇਹਨੂੰ ਮੈਂ ਐਵੇਂ ਲਿਖ ਲੈਣਾ ਚਾਹੇ ਸੌਖਾ ਕਰਕੇ ਥੋੜ੍ਹਾ ਜਿਹਾ, ਉਹ ਤਾਂ ਕੁਛ ਇੱਕੋ ਹੀ ਚੀਜ਼ ਹੈ, ਠੀਕ ਹੈ। ਇੱਧਰ ਮੈਂ ਐਗਜ਼ਾਮਪਲ ਅਲਕੀਨ 'ਚ ਲੈ ਲੈਣਾ, ਅਲਕੀਨ 'ਚ ਮੈਂ ਐਗਜ਼ਾਮਪਲ ਲੈ ਲੈਣਾ ਹੈਗਾ ਇਥੀਨ ਦੀ, ਦੈਟ ਇਜ਼ CH2 ਡਬਲ ਬੌਂਡ CH2, ਮੈਂ ਜਾਣ ਕੇ ਖੋਲ ਕੇ ਲਿਖ ਰਿਹਾ, ਠੀਕ ਹੈ। ਔਰ ਅਲਕੇਨ 'ਚ ਮੈਂ ਐਗਜ਼ਾਮਪਲ ਲੈ ਲੈਣਾ CH3CH3। ਦੇਖੋ ਹੁਣ ਮੈਨੂੰ ਪਤਾ ਕਿ ਦਿਸ ਕਾਰਬਨ ਇਜ਼ sp ਹਾਈਬ੍ਰਿਡਾਈਜ਼ਡ, sp2, sp3। we know that sp hybridized carbon, ठीक है, sp hybridized carbon is most electronegative than sp2 and then sp3. It means this carbon, because of its highest electronegatiivity among sp2 and sp3, this carbon has maximum tendency to attract these shared pair of electron more toward itself। ਜਿਹੜੇ 'ਚ ਸ਼ੇਅਰਡ ਪੇਅਰ ਹੈ ਇਹਦੇ ਇਲੈਕਟ੍ਰੋਨ, ਇਹ ਸ਼ੇਅਰਡ ਪੇਅਰ 'ਚ ਇੱਕ ਇਲੈਕਟ੍ਰੋਨ ਕਾਰਬਨ ਦਾ, ਇੱਕ ਹਾਈਡਰੋਜਨ ਦਾ, ਬਟ ਇਸ ਕਾਰਬਨ ਦੀ ਇਲੈਕਟ੍ਰੋਨੈਗੇਟਿਵਿਟੀ ਸਭ ਤੋਂ ਜ਼ਿਆਦਾ ਹੋਣ ਕਰਕੇ ਇਹ ਵਾਲੇ ਸ਼ੇਅਰਡ ਪੇਅਰ ਨੂੰ ਆਪਣੇ ਵੱਲ ਮੈਕਸੀਮਮ ਖਿੱਚ ਲੂਗਾ, ਜਿਹਦੇ ਵਿੱਚੋਂ ਇੱਕ ਹਾਈਡਰੋਜਨ ਦਾ ਵੀ ਇਹਦੇ ਵੱਲ ਜਾ ਰਿਹਾ। ਅਤੇ ਹਾਈਡਰੋਜਨ, ਜਦੋਂ ਹਾਈਡਰੋਜਨ ਦਾ ਇਲੈਕਟ੍ਰੋਨ ਆਪਣੇ ਵੱਲ ਜ਼ਿਆਦਾ ਖਿੱਚਣ ਲੱਗ ਜੂਗਾ ਤਾਂ ਹਾਈਡਰੋਜਨ ਇਹਦੇ ਵਿੱਚੋਂ ਸਭ ਤੋਂ ਵੱਧ ਕੈਪੇਬਲ ਹੋ ਜਾਂਦਾ H ਪੋਜ਼ੀਟਿਵ ਬਣ ਕੇ ਨਿਕਲਣ ਦੇ ਲਈ, ਕਿਉਂਕਿ ਉਹਦੇ ਸ਼ੇਅਰਡ ਪੇਅਰ 'ਚ ਜਿਹੜਾ ਉਹਦਾ ਵੀ ਇੱਕ ਇਲੈਕਟ੍ਰੋਨ ਉਹ ਵੀ sp ਹਾਈਬ੍ਰਿਡਾਈਜ਼ਡ ਕਾਰਬਨ ਆਪਣੇ ਵੱਲ ਖਿੱਚਦੀ ਹੈ, ਜਿਸ ਵਜ੍ਹਾ ਕਰਕੇ ਜੋ ਬੜੀ ਆਸਾਨੀ ਨਾਲ H ਪੋਜ਼ੀਟਿਵ ਨਿਕਲ ਸਕਦਾ। ਔਰ ਐਸਿਡਿਕ ਆਪਾਂ ਕਹਿੰਦੇ ਜੋ H ਪੋਜ਼ੀਟਿਵ ਛੱਡਦੇ ਨੂੰ ਐਸਿਡ ਨੇ, ਜਿਹੜਾ H ਪੋਜ਼ੀਟਿਵ ਜਿੰਨੀ ਜਲਦੀ ਛੱਡੂਗਾ, ਆਸਾਨੀ ਨਾਲ ਛੱਡੂਗਾ, ਉਹ ਸਟਰੋਂਗਲੀ ਐਸਿਡਿਕ ਹੋਊਗਾ। ਤਾਂ ਇਟ ਮੀਨਸ ਅਲਕਾਈਨਸ ਦੀ ਐਸਿਡਿਕ ਨੇਚਰ ਅਲਕੀਨ ਅਤੇ ਅਲਕੇਨ ਦੇ ਨਾਲੋਂ ਦੋਨਾਂ ਨਾਲੋਂ ਜ਼ਿਆਦਾ ਹੋ, ਕਿਉਂਕਿ sp2 ਦੀ ਇਲੈਕਟ੍ਰੋਨੈਗੇਟਿਵਿਟੀ sp ਨਾਲੋਂ ਘੱਟ ਹੈ। ਇਟ ਮੀਨਸ ਦਿਸ ਕਾਰਬਨ ਹੈਜ਼ ਲੈਸਰ ਟੈਂਡੈਂਸੀ ਟੂ ਅਟਰੈਕਟ ਦੀ ਸ਼ੇਅਰਡ ਪੇਅਰ ਆਫ ਇਲੈਕਟ੍ਰੋਨ ਟੂਵਰਡ ਇਟਸੈਲਫ। ਇਟ ਮੀਨਸ ਇਹਦੇ ਵਿੱਚ H ਪੋਜ਼ੀਟਿਵ ਓਨੀ ਤੇਜ਼ੀ ਨਾਲ ਨਹੀਂ ਨਿਕਲ ਸਕਦਾ ਜਿੰਨਾ ਇਹਦੇ ਵਿੱਚੋਂ ਨਿਕਲੂਗਾ, ਔਰ ਇਹਦੇ ਵਿੱਚੋਂ ਬਹੁਤ ਨੈਗਲੀਜੀਬਲ, ਕਿਉਂਕਿ sp3 ਦੀ ਇਲੈਕਟ੍ਰੋਨੈਗੇਟਿਵਿਟੀ sp2 ਅਤੇ sp ਦੋਨਾਂ ਨਾਲੋਂ ਹੀ ਬਹੁਤ ਘੱਟ ਹੁੰਦੀ ਆ। ਇਟ ਮੀਨਸ ਦਿਸ ਕਾਰਬਨ ਹੈਜ਼ ਲੀਸਟ ਟੈਂਡੈਂਸੀ ਟੂ ਅਟਰੈਕਟ ਦੀ ਸ਼ੇਅਰਡ ਪੇਅਰਸ। ਤਾਂ ਇਹਦੇ ਵਿੱਚੋਂ ਰਾਜੇ H ਪੋਜ਼ੀਟਿਵ ਬਹੁਤ ਡਿਫੀਕਲਟ ਹੈ, ਇਹਦੇ ਵਿੱਚੋਂ ਬਹੁਤ ਆਸਾਨ ਹੈ। ਤਾਂ ਇਹਨਾਂ ਦਾ ਆਰਡਰ ਕੀ ਬਣ ਗਿਆ ਐਸਿਡਿਕ ਸਟਰੈਂਥ ਦਾ? ਅਲਕਾਈਨ ਸਭ ਤੋਂ ਜ਼ਿਆਦਾ, ਉਸ ਤੋਂ ਘੱਟ ਅਲਕੀਨਸ, ਸਭ ਤੋਂ ਘੱਟ ਅਲਕੇਨ, ਠੀਕ ਹੈ। ਸੋ ਇਹਨਾਂ ਦਾ ਆਰਡਰ ਹੋ ਗਿਆ ਰਾਜੇ, ਠੀਕ ਹੈ। ਤਾਂ ਤੁਸੀਂ ਰਾਜੇ ਇੰਨਾ ਕਰ ਲਓ, ਫਿਰ ਮੈਂ ਜੇ ਤੁਸੀਂ ਕਰ ਲਿਆ ਮੈਨੂੰ ਮੈਸੇਜ ਭੇਜ ਦਿਓ, ਫਿਰ ਮੈਂ ਨੈਕਸਟ ਲੈਕਚਰ ਭੇਜ ਦੂੰਗਾ ਤੁਹਾਨੂੰ।